ਜੀਵਤ ਮਰੈ ਮਰੈ ਫੁਨ ਜੀਵੈ, ਤੋ ਫਿਰ ਮਰਨ ਨ ਹੋਈ। ਮਰਨ ਤੋਂ ਆਦਮੀ ਬਹੁਤ ਡਰਦਾ ਹੈ। ਕੱਲ ਮੈਂ ਮਰਨ ਦੀ ਗੱਲ ਕੀਤੀ ਸੀ ਨਾ, ਸਰੀਰ ਛੱਡਣ ਦੀ, ਤੇ ਕਈ ਸਰੋਤੇ ਬਹੁਤ ਭੈਭੀਤ ਹਨ। ਖਿਆਲ ਵਿੱਚ ਰੱਖਿਓ, ਜਿਹੜਾ ਮਰਨ ਤੋਂ ਡਰਦਾ ਹੈ ਨਾ, ਉਹ ਧਿਆਨ ਨੂੰ ਕਦੇ ਉਪਲਬਧ ਨਹੀਂ ਹੋ ਸਕਦਾ। ਜਿਵੇਂ ਕਹਿ ਲਈਏ ਵੀ ਪਰਮਾਤਮਾ ਨੂੰ ਨਹੀਂ ਪਾ ਸਕਦਾ। ਅਧਿਆਤਮ ਤੇ ਆਮ ਧਰਮ ਦਾ ਇਹੋ ਹੀ ਫਰਕ ਹੈ। ਆਮ ਧਾਰਮਿਕ ਲੋਕ ਤੁਹਾਨੂੰ ਜੀਵਨ ਦੀ ਇੱਛਾ ਮਜ਼ਬੂਤ ਕਰਦੇ ਹਨ, ਜੀਵਨ ਦੀ ਚਾਹਤ ਮਜ਼ਬੂਤ ਕਰਦੇ ਹਨ, ਤੇ ਜਿੰਨੇ ਵੀ ਧਾਰਮਿਕ ਕਰਮ ਕਾਂਡ ਹਨ, ਪਾਠ ਪੂਜਾ ਹਨ, ਜ਼ਿਆਦਾਤਰ ਲੋਕ ਸੰਸਾਰ ਦੇ ਵਿੱਚ ਸੁਖੀ ਜੀ ਸਕਣ, ਇਸ ਕਰਕੇ ਕਰ ਰਹੇ ਹਨ। ਅੱਜ ਹੀ ਗੁਰਮੁਖ ਪਿਆਰਾ ਕਹਿ ਰਿਹਾ ਸੀ ਵੀ ਇੱਕ ਸੰਸਥਾ ਬਣੀ ਹੋਈ ਹੈ, ਸਰਬ ਰੋਗ ਕਾ ਔਖਦ ਨਾਮ। ਉਹ ਪਾਠ ਕਰਾਉਂਦੇ ਹਨ ਰੋਗਾਂ ਨੂੰ ਦੂਰ ਕਰਨ ਵਾਸਤੇ, ਵੀ ਇੰਨੇ ਪਾਠ ਕਰੋ ਤੁਹਾਡਾ ਰੋਗ ਦੂਰ ਹੋ ਜਾਵੇਗਾ, ਇੰਨੇ ਜਾਪ ਕਰੋ ਤੁਹਾਡਾ ਰੋਗ ਦੂਰ ਹੋ ਜਾਵੇ। ਇਹ ਧਰਮ ਨੂੰ ਉਪਲਬਧ ਥੋੜ੍ਹੀ ਹੋ ਸਕਦੇ ਹਨ। ਇੱਥੇ ਸਰੀਰਕ ਰੋਗਾਂ ਵਾਸਤੇ ਵੀ ਉਸ ਉਪਦੇਸ਼ ਨੂੰ ਪੜ੍ਹ ਰਹੇ ਹਨ ਜਿਹੜਾ ਵਾਸਤਵਿਕ ਦੇ ਵਿੱਚ ਸਾਰੇ ਹੀ ਰੋਗ ਖਤਮ ਕਰਦਾ ਹੈ। ਸਰੀਰ ਸਦਾ ਸਵਸਥ ਥੋੜ੍ਹੀ ਰਹੇਗਾ। ਰੋਗ ਉਹਦੇ ਖਤਮ ਹੁੰਦੇ ਹਨ ਜਿਹੜਾ ਸਰੀਰ ਤੋਂ ਵੀ ਪਾਰ ਹੋ ਜਾਂਦਾ, ਜਿਹੜਾ ਜੀਂਦੇ ਜੀ ਮਰ ਜਾਂਦਾ ਹੈ। ਜੀਵਤ ਮਰੀਐ ਪਉ ਜਲ ਤਰੀਏ, ਤਉ ਫਿਰ ਮਰਨ ਨਾ ਹੋਈ। ਬਹੁਤ ਕਠਿਨ ਹੈ। ਆਮ ਸਾਧਾਰਣਤਾ ਹੈ ਸੰਸਾਰਿਕ ਵਿਅਕਤੀ ਤੇ ਸੰਸਾਰ ਦੇ ਵਿੱਚ ਸੁਖਪੂਰਨ ਕੇ ਜੀਣਾ ਚਾਹੁੰਦਾ ਹੈ। ਉਹ ਕਹਿੰਦਾ ਹੈ ਕੁਛ ਐਸੀ ਵਿਧੀ ਦੱਸੋ, ਐਸੀ ਜੁਗਤੀ ਦੱਸੋ, ਐਸਾ ਤਰੀਕਾ ਦੱਸੋ ਵੀ ਸੰਸਾਰ ਦੇ ਵਿੱਚ ਮੈਂ ਸੁਖਪੂਰਵਕ ਜੀਵਾਂ, ਸਫਲਤਾ ਦੇ ਨਾਲ ਜੀਵਾਂ। ਇਹੋ ਹੀ ਚਾਹੁੰਦੇ ਹੋ ਨਾ ਤੁਸੀਂ ਸਾਰੇ ਹੀ, ਜ਼ਿਆਦਾਤਰ ਲੋਕ। ਕੋਈ ਪਰੇਸ਼ਾਨੀ ਨਾ ਆਵੇ, ਦੁੱਖ ਨਾ ਆਵੇ, ਤਕਲੀਫ ਨਾ ਆਵੇ, ਇਸੇ ਕਰਕੇ ਧਰਮ ਕਰਮ ਕਰਦੇ ਵੀ ਹਨ। ਗੁਰੂ ਭਲੀ ਕਰੂਗਾ, ਕੋਈ ਦੁੱਖ ਨਹੀਂ ਆਊਗਾ, ਪਰੇਸ਼ਾਨੀ ਨਹੀਂ ਆਊਗੀ। ਤੇ ਸਰਬ ਰੋਗ ਕਾ ਔਖਦ ਨਾਮ, ਉਹ ਨਾਮ ਹੈ ਔਖਦ ਦਵਾਈ। ਤੇ ਨਾਮ ਤੇ ਸੰਸਾਰ ਤੋਂ ਮੁਕਤ ਹੋਣ ਦਾ ਨਾਮ ਹੈ। ਪਰਮਾਤਮਾ ਨਾਲ ਜੁੜੋਗੇ, ਸੰਸਾਰ ਨਾਲੋਂ ਟੁੱਟੋਗੇ। ਹੁਣ ਸੰਸਾਰ ਵਾਸਤੇ ਹੀ ਪਾਠ ਕਰ ਰਹੇ ਹੋ, ਤੇ ਇਹ ਤੇ ਉਲਟੀ ਗੱਲ ਹੋ ਗਈ ਨਾ। ਜਿਹੜੀ ਦਵਾਈ ਮੁਕਤ ਕਰਨ ਵਾਸਤੇ ਦਿੱਤੀ ਸੀ ਬਾਬੇ ਨਾਨਕ ਨੇ, ਉਸ ਦਵਾਈ ਦਾ ਉਪਯੋਗ ਸੰਸਾਰ ਦੇ ਨਾਲ ਜੁੜਨ ਵਾਸਤੇ ਹੋ ਰਿਹਾ ਹੈ। ਇਉਂ ਹੀ ਹੋ ਰਿਹਾ ਹੈ ਨਾ। ਸੰਸਾਰ ਦੇ ਨਾਲ ਜੁੜਨਾ ਹੈ ਉਸ ਉਪਦੇਸ਼ ਦੁਆਰਾ। ਬਿਮਾਰੀਆਂ ਦੂਰ ਕਰਨੀਆਂ, ਪ੍ਰੋਬਲਮਾਂ, ਸਮੱਸਿਆਵਾਂ। ਕਈਆਂ ਨੂੰ ਧਨ ਦੌਲਤ ਚਾਹੀਦੀ, ਉਹ ਵੀ ਪਾਠ ਕਰ ਰਹੇ ਹਨ, ਸ਼ਬਦਾਂ ਦੇ ਜਾਪ ਕਰ। ਦੱਸ ਉਪਦੇਸ਼ ਦੀ ਦੁਰਵਰਤੋਂ ਹੋ ਗਈ ਨਾ। ਇਹੋ ਹੀ ਮੈਂ ਅਕਸਰ ਕਹਿੰਦਾ ਵੀ ਬੇਸਮਝ ਲੋਕ ਔਸ਼ਧੀ ਨੂੰ ਵੀ ਜ਼ਹਿਰ ਬਣਾ ਲੈਂਦੇ ਹਨ, ਤੇ ਬਣ ਹੀ ਰਿਹਾ ਹੈ।
ਤੇ ਖਿਆਲ ਵਿੱਚ ਰੱਖੋ, ਮੇਰੀ ਗੱਲ ਉਲਟੀ ਲੱਗਦੀ ਹੈ, ਕਹਿੰਦਾ ਵੀ ਕੋਈ ਨਹੀਂ ਹੈ, ਕਹਿ ਸਕਦਾ ਕੋਈ ਨਹੀਂ ਹੈ, ਕਿਉਂਕਿ ਸਾਰੇ ਹੀ ਸੰਸਾਰ ਨਾਲ ਜੁੜੇ ਹੋਏ ਹਨ। ਧਾਰਮਿਕ ਲੋਕ ਮੋਹ ਮਮਤਾ 'ਚ ਫਸੇ ਹੋਏ ਹਨ। ਜਿੰਨਾ ਚਿਰ ਕੋਈ ਮਰਦਾ ਨਹੀਂ ਹੈ, ਫਿਰ ਮਰਨਾ ਕਿਉਂ ਨਹੀਂ ਚਾਹੁੰਦੇ ਹੋ ਤੁਸੀਂ? ਖਿਆਲ ਕਰੋ, ਆਦਮੀ ਕਿਉਂ ਨਹੀਂ ਮਰਨਾ ਚਾਹੁੰਦਾ? ਮਰਨ ਨੂੰ ਸਵੀਕਾਰ ਕਿਉਂ ਨਹੀਂ ਕਰਦਾ? ਉਹਦਾ ਕਾਰਨ ਕੀ ਹੈ? ਰਾਜ ਕੀ? ਸੰਸਾਰ ਨਾਲ ਮੋਹ। ਜਿੰਨਾ ਮੋਹ ਸੰਸਾਰ ਨਾਲ ਜ਼ਿਆਦਾ ਹੋਵੇਗਾ, ਓਨਾ ਹੀ ਤੁਸੀਂ ਮਰਨਾ ਨਹੀਂ ਚਾਹੋਗੇ। ਜਿੰਨਾ ਲਗਾਵ ਜ਼ਿਆਦਾ ਹੋਵੇਗਾ, ਤੇ ਸੰਸਾਰ ਨਾਲ ਲਗਾਵ ਜ਼ਿਆਦਾ ਹੈ ਤੇ ਮਰਨਾ ਨਹੀਂ ਚਾਹੋਗੇ, ਮਿਟਣਾ ਨਹੀਂ ਚਾਹੋਗੇ। ਆਪ ਗਵਾਈਏ ਤਾਂ ਸਹੁ ਪਾਈਏ, ਔਰ ਕੈਸੀ ਚਿਤਰਾਈ। ਆਪਣਾ ਆਪ ਗਵਾਉਣਾ, ਮਿਟਾਉਣਾ ਕੌਣ ਚਾਹੁੰਦਾ ਹੈ? ਖਿਆਲ ਕਰੋ, ਮਿਟਣਾ ਚਾਹੁੰਦੇ ਹੋ ਤੁਸੀਂ? ਥੋੜਾ ਜਿਹਾ ਖੋਜੋ। ਜਿਵੇਂ ਪੰਜ ਪਿਆਰੇ ਆਣ ਕੇ ਸਤਿਗੁਰਾਂ ਦੇ ਸਾਹਮਣੇ ਮਿਟਣ ਨੂੰ ਤਿਆਰ ਹੋ ਗਏ, ਮਰਨ ਨੂੰ ਤਿਆਰ ਹੋ ਗਏ। ਉੱਥੇ ਇਹ ਥੋੜ੍ਹੀ ਉਹਨਾਂ ਨੂੰ ਪਤਾ ਸੀ ਵੀ ਬਚ ਜਾਣਾ ਹੈ। ਗੁਰੂ ਤੇ ਤਲਵਾਰ ਕੱਢੀ ਸੀ ਨੰਗੀ, ਤੇ ਬਿਲਕੁਲ ਵੀਰ ਰਸ ਦੇ ਵਿੱਚ, ਤੇ ਵੀ ਹੁਣੇ ਜਾਂਦਿਆਂ ਹੀ ਧੌਣ ਲਾ ਕੇ ਉਧਰ ਮਾਰਨੀ। ਦੇਖ ਰਿਹਾ ਸੀ ਸਾਰਿਆਂ ਨੂੰ। ਲੋਕ ਕਹਿੰਦੇ ਨੱਠ ਰਹੇ ਸਨ ਕਿ ਗੁਰੂ ਨੂੰ ਕੀ ਹੋ ਗਿਆ, ਆਪਣੇ ਹੀ ਪਿਆਰਿਆਂ ਨੂੰ ਮਾਰ ਰਿਹਾ ਹੈ। ਤੇ ਮਰਨ ਨੂੰ ਤਿਆਰ ਹੋ ਗਿਆ, ਜਿਹੜਾ 100% ਮਰਨ ਨੂੰ ਤਿਆਰ ਹੋ ਗਿਆ, ਉਹਨੇ ਗੁਰੂ ਨੂੰ ਪਾ ਲਿਆ। ਭਾਵ ਇਹ ਹੁੰਦਾ ਹੈ, ਜਦੋਂ ਆਦਮੀ ਪੂਰਾ ਦਾ ਪੂਰਾ ਹੀ ਮਰਨ ਨੂੰ ਸਵੀਕਾਰ ਕਰ ਲੈਂਦਾ ਹੈ ਨਾ, ਉਦੋਂ ਮਨ ਨਹੀਂ ਚੱਲਦਾ। ਖਿਆਲ ਵਿੱਚ ਲਓ ਗੱਲ। ਮਨ ਉਦੋਂ ਚੱਲਦਾ ਹੈ ਜਦੋਂ ਆਪਾਂ ਨੂੰ ਆਸਾ ਹੁੰਦੀ ਹੈ ਜੀਣ ਦੀ, ਇੱਛਾ ਹੁੰਦੀ ਹੈ ਜੀਣ ਦੀ। ਜੀਵਨ ਦੀ ਇੱਛਾ ਕਰਕੇ ਮਨ ਚੱਲਦਾ ਹੈ। ਤੇ ਜਦੋਂ ਹੁਣ ਪੂਰਾ ਹੀ ਮਰ ਜਾਣਾ ਹੈ, ਅੱਗੇ ਕੁਛ ਵੀ ਨਹੀਂ ਹੈ, ਤਾਂ ਮਨ ਇੱਕਦਮ ਠਹਿਰ ਜਾਂਦਾ ਹੈ, ਇੱਕਦਮ ਰੁਕ ਜਾਂਦਾ ਹੈ। ਇੱਕ ਛਣ ਦੇ ਵਿੱਚ ਹੀ ਰੁਕ ਗਿਆ ਹੋਵੇਗਾ ਉਹਨਾਂ ਦਾ ਮਨ। ਕੋਈ ਵਿਚਾਰ ਨਹੀਂ, ਕਾਹਦੀ ਵਿਚਾਰ ਕਰਨੀ? ਸਭ ਕੁਛ ਮਿਟ ਗਿਆ, ਸਮਝ ਲਓ ਤੁਸੀਂ। ਸੰਸਾਰ ਮਿਟ ਗਿਆ, ਸਰੀਰ ਮਿਟ ਗਿਆ, ਕੁਛ ਵੀ ਨਹੀਂ ਰਿਹਾ। ਜਦੋਂ ਕੁਛ ਵੀ ਨਹੀਂ ਰਹਿੰਦਾ ਹੈ, ਆਪਣਾ ਆਪ ਗਵਾਚ ਜਾਂਦਾ ਹੈ, ਉਦੋਂ ਉਹਦਾ ਪਤਾ ਚੱਲਦਾ ਹੈ ਜਿਹੜਾ ਵਾਸਤਵਿਕ ਦੇ ਵਿੱਚ ਹੈ। ਮੈਂ ਮਿਟ ਗਈ ਨਾ। ਤੇ ਮਿਟਣਾ ਹੈ, ਇਹੋ ਹੀ ਕਲਾ ਗੁਰੂ ਸਿਖਾਉਂਦਾ ਹੈ। ਸ਼ਹੀਦ ਵੀ ਉਹੋ ਹੀ ਹੁੰਦਾ ਹੈ। ਖਿਆਲ ਵਿੱਚ ਰੱਖੋ, ਜਿਹੜਾ ਮਿਟਣ ਨੂੰ ਤਿਆਰ ਹੋ ਗਿਆ। ਸ਼ਹੀਦ ਭਾਵੇਂ ਜੰਗ ਯੁੱਧ ਦੇ ਵਿੱਚ ਹੋ ਰਿਹਾ ਹੈ, ਤੇ ਜਿਹਦੀ ਅਜੇ ਚਾਹਤ ਪਿੱਛੇ ਹੈ ਸੰਸਾਰ ਵੱਲ, ਅਜੇ ਪਰਿਵਾਰ ਵੱਲ ਦੇਖ ਰਿਹਾ ਹੈ, ਸੋਚ ਰਿਹਾ ਹੈ ਪਰਿਵਾਰ ਬਾਰੇ ਵੀ ਇਹ ਯੁੱਧ ਤੋਂ ਬਾਅਦ ਫਿਰ ਮੈਂ ਕੀ ਕਰਨਾ ਜਾ ਕੇ। ਬਚਣਾ ਹੈ, ਲੜਨਾ ਵੀ ਹੈ, ਬਚਣਾ ਵੀ ਹੈ, ਮਰਨਾ ਨਹੀਂ। ਮਰਨ ਨੂੰ ਤਿਆਰ ਨਹੀਂ ਹੈ ਸੂਰਮਾ। ਉਹ ਸ਼ਹੀਦ ਥੋੜ੍ਹੀ ਹੋਵੇਗਾ ਭਾਵੇਂ ਮਰ ਵੀ ਗਿਆ, ਉਹਦਾ ਤੇ ਧਿਆਨ ਪਿੱਛੇ, ਉਹਦਾ ਤੇ ਧਿਆਨ ਪਿੱਛੇ ਹੈ ਨਾ। ਉਹਦਾ ਤੇ ਖਿਆਲ ਪਿੱਛੇ ਰਹਿ ਗਿਆ। ਉਹ ਸੂਰਮਾ ਥੋੜ੍ਹੀ ਹੈ। ਸੂਰਮਾ ਉਹ ਹੈ ਜਿਹੜਾ ਬਿਲਕੁਲ ਪਿੱਛਾ ਛੱਡ ਦਿੰਦਾ ਹੈ, ਤਿਆਗ ਦਿੰਦਾ ਹੈ। ਇੱਕੋ ਚਾਅ ਹੁੰਦਾ ਹੈ ਉਹਦੇ ਅੰਦਰ ਯੁੱਧ ਦਾ। ਮੋਹੇ ਮਰਨੇ ਕਾ ਚਾਅ ਹੈ, ਬਸ ਹੁਣ ਮੈਨੂੰ ਚਾਅ ਹੈ ਮਰਨ ਦਾ। ਮੈਂ ਯੁੱਧ ਦੇ ਵਿੱਚ ਜਾਣਾ ਮਰਨ ਵਾਸਤੇ, ਮਿਟਣ ਵਾਸਤੇ। ਉਹ ਅਗਰ ਸ਼ਹੀਦ ਹੋ ਗਿਆ ਉੱਥੇ ਹੀ ਜੰਗ ਦੇ ਵਿੱਚ ਹੋ ਗਿਆ, ਕਿਉਂਕਿ ਉਹਦਾ ਮਨ ਚੱਲ ਹੀ ਨਹੀਂ ਰਿਹਾ। ਜਿਹਦਾ ਚੱਲ ਹੀ ਨਹੀਂ ਰਿਹਾ
तो ਉਹਦਾ ਫਿਰ ਪੁਨਰ ਜਨਮ ਨਹੀਂ ਹੁੰਦਾ। ਤੇ ਸੂਰਮਾ ਉਹ ਹੈ, ਸਿਰਫ ਸੂਰਮਾ ਉਹ ਨਹੀਂ ਹੈ ਵੀ ਜਿਹੜਾ ਜ਼ਿਆਦਾ ਲੋਕਾਂ ਨੂੰ ਮਾਰ ਦਿੰਦਾ ਹੈ, ਪਰ ਸੰਸਾਰ ਵਾਸਤੇ, ਧਨ ਵਾਸਤੇ, ਦੌਲਤ ਵਾਸਤੇ, ਪ੍ਰਭਤਾ ਵਾਸਤੇ, ਕਿਸੇ ਕਾਰਨ ਵਾਸਤੇ। ਉੱਥੇ ਕਿਸ ਕਾਰਨ ਵਾਸਤੇ ਯੁੱਧ ਥੋੜ੍ਹੀ ਹੋ ਰਿਹਾ ਸੀ। ਤੇ ਸੂਰਮਾ ਮਿਟਣ ਵਾਸਤੇ ਜਾਂਦਾ ਹੈ, ਉਹ ਡਰਦਾ ਨਹੀਂ ਹੈ। ਉਹ ਰਣ ਦੇ ਵਿੱਚ ਜੂਝਦਾ ਹੈ। ਤੇ ਜਿਹੜਾ ਰਣ ਦੇ ਵਿੱਚ ਜੂਝਦਾ ਹੈ ਨਾ, ਜਿਹਦਾ ਮੋਹ ਨਹੀਂ ਹੁੰਦਾ ਹੈ ਪਿੱਛੇ, ਉਹੋ ਹੀ ਜੂਝਦਾ ਹੈ। ਜਿਹੜਾ ਬਿਲਕੁਲ ਸਵੀਕਾਰ ਕਰ ਲੈਂਦਾ ਹੈ ਮੌਤ ਨੂੰ ਵੀ ਹੋਣੀ ਹੀ ਹੋਣੀ, ਉਹ ਫਿਰ ਉੱਥੇ ਧਿਆਨਸਤ ਹੋ ਜਾਂਦਾ ਹੈ ਯੁੱਧ ਦੇ ਵਿੱਚ। ਉਹਦੀ ਫਿਰ ਤਲਵਾਰ ਚੱਲਦੀ ਹੈ ਧਿਆਨ ਦੇ ਵਿੱਚ। ਉਹ ਇੱਕ ਧਿਆਨ ਦੀ ਵਿਧੀ ਗੁਰੂ ਨੇ ਦਿੱਤੀ ਸੀ ਸਿੱਖਾਂ ਨੂੰ ਵੀ ਇਸ ਢੰਗ ਦੇ ਨਾਲ ਵੀ ਤੁਸੀਂ ਮੁਕਤ ਹੋ ਸਕਦੇ। ਤੇ ਜਿਹੜਾ ਮਰਨ ਨੂੰ ਡਰਦਾ ਹੈ ਉਹ ਸ਼ਹੀਦ ਨਹੀਂ ਹੋ ਸਕਦਾ, ਮੁਕਤ ਨਹੀਂ ਹੋ ਸਕਦਾ, ਕਹਿਣ ਦਾ ਭਾਵ। ਇਵੇਂ ਹੀ ਇਹ ਅਧਿਆਤਮ ਮਾਰਗ ਹੈ, ਖਿਆਲ ਵਿੱਚ ਰੱਖੋ। ਇਹਦੇ ਤੇ ਵੀ ਮਰਨਾ ਹੈ, ਮਿਟਣਾ ਹੈ, ਟੋਟਲ ਸੰਸਾਰ ਵੱਲੋਂ। ਤੇ ਜਿਹੜਾ ਮਰਨ ਨੂੰ ਡਰਦਾ ਹੈ ਨਾ, ਕਈ ਤੇ ਨਾਂ ਸੁਣ ਕੇ ਘਬਰਾ ਜਾਂਦੇ ਹਨ, ਮਰਨਾ ਹੈ। ਕਈ ਘਰ ਦੇ ਵਿੱਚ ਮਰਨ ਦਾ ਨਾਂ ਨਹੀਂ ਲੈਂਦੇ ਹਨ। ਨਾ ਨਾ ਨਾ, ਇਹੋ ਜਿਹੀ ਗੱਲ ਨਹੀਂ ਕਰ। ਮਰਨਾ ਸੱਚਾਈ ਹੈ, ਹਰ ਇੱਕ ਨੇ ਮਰਨਾ ਹੈ, ਮੌਤ ਆਉਣੀ ਹੈ। ਤੇ ਮੌਤ ਦੀ ਗੱਲ ਤੂੰ ਘਬਰਾਹਟ ਕਾਹਦੀ? ਕਹਿੰਦੇ ਹਨ ਮੌਤ ਨੂੰ ਯਾਦ ਰੱਖੋ, ਭਾਵ ਕਿ ਤੁਹਾਡੀ ਅਟੈਚਮੈਂਟ ਘਟੇ ਸੰਸਾਰ ਨਾਲ, ਵੀ ਮੌਤ ਆ ਰਹੀ ਹੈ। ਇਹ ਵੀ ਇੱਕ ਧਿਆਨ ਦੀ ਵਿਧੀ ਹੈ। ਖਿਆਲ ਵਿੱਚ ਰੱਖੋ ਮੌਤ ਆ ਰਹੀ ਹੈ, ਕੋਈ ਪਤਾ ਨਹੀਂ ਕਦੋਂ ਆ ਜਾਵੇ। ਤੇ ਜਦੋਂ ਮੌਤ ਆ ਰਹੀ ਹੈ ਤੇ ਆਦਮੀ ਅਗਲੀ ਯੋਜਨਾ ਨਹੀਂ ਬਣਾਉਂਦਾ, ਮਨ ਚੱਲਦਾ ਨਹੀਂ। ਜਿਹਨੂੰ ਮੌਤ ਯਾਦ ਹੈ ਅੱਠੇ ਪਹਿਰ, ਉਹਦਾ ਫਿਰ ਮਨ ਨਹੀਂ ਚੱਲੇਗਾ ਤੇ ਕੱਲ ਆਉਣਾ ਹੀ ਨਹੀਂ। ਆ ਹੀ ਰਹੀ ਹੈ ਮੌਤ, ਫਿਰ ਕੀ ਇਕੱਠਾ ਕਰਨਾ, ਕੀ ਸੋਚਣਾ ਹੈ ਜੀਵਨ ਬਾਰੇ? ਸੋਚਣਾ ਹੀ ਕਿਉਂ ਜਦੋਂ ਮੌਤ ਹੀ ਆ ਰਹੀ ਹੈ। ਜਿਹੜਾ ਮੌਤ ਨੂੰ ਸਵੀਕਾਰ ਕਰ ਲੈਂਦਾ ਹੈ ਪੂਰੀ ਤਰ੍ਹਾਂ, ਤੇ ਮੌਤ ਨੂੰ ਸਵੀਕਾਰ ਕਰਨ ਦਾ ਭਾਵ ਇਹ ਨਹੀਂ ਹੈ ਵੀ ਉਹ ਮਰ ਜਾਂਦਾ ਹੈ। ਜਿੰਨਾ ਚਿਰ ਜੀਣਾ ਹੈ ਉਹਨਾਂ ਚਿਰ ਤੇ ਜੀਣਾ ਹੀ ਹੈ। ਸਰੀਰ ਨੇ ਜਿੰਨਾ ਚਿਰ ਚੱਲਣਾ ਹੈ, ਜਿੰਨੇ ਕੁ ਸਵਾਸ ਲਿਖੇ ਹੋਏ ਉਹ ਤੇ ਭੋਗਣੇ ਹੀ ਹਨ। ਪਰ ਜੀਵਨ ਦੀ ਇੱਛਾ ਜਦੋਂ ਸਮਾਪਤ ਹੋ ਜਾਂਦੀ ਹੈ ਨਾ, ਉਦੋਂ ਫਿਰ ਨਵਾਂ ਜੀਵਨ ਉਹਨੂੰ ਮਿਲਦਾ ਹੈ। ਜੀਵਤ ਮਰੀਏ ਪਉ ਜਲ ਤਰੀਏ, ਮਰੇ ਮਰੇ ਫੁਨ ਜੀਵੇ, ਤੋ ਫਿਰ ਮਰਨ ਨਾ ਹੋਏ। ਉਹ ਮਰ ਗਿਆ ਇੱਕ ਵਾਰੀ ਸੰਸਾਰ ਵੱਲੋਂ, ਟੋਟਲ ਮਰ ਗਿਆ। ਫਿਰ ਉਹਨੂੰ ਵਾਸਤਵਿਕ ਦੇ ਵਿੱਚ ਜੀਵਨ ਦਾ ਪਤਾ ਲੱਗਦਾ ਹੈ। ਇੱਕ ਪੱਖ ਮਰਨਾ ਹੈ, ਜਿਹੜਾ ਪੱਖ ਤੁਸੀਂ ਜੀ ਰਹੇ ਹੋ, ਜਿਹੜੇ ਪੱਖ ਤੋਂ ਤੁਸੀਂ ਜੀ ਰਹੇ ਹੋ, ਉਹ ਪੱਖ ਪੂਰਾ ਦਾ ਪੂਰਾ ਮਰਦਾ ਹੈ। ਖਿਆਲ ਵਿੱਚ ਰੱਖੋ। ਤੇ ਜਿਹੜਾ ਮਰਨ ਨੂੰ ਘਬਰਾਉਂਦਾ ਹੈ ਨਾ, ਉਹ ਧਿਆਨ ਨੂੰ ਨਹੀਂ ਪਾ ਸਕਦਾ। ਇਹ ਗੱਲ ਬਹੁਤ ਹੀ ਖਿਆਲ ਵਿੱਚ ਰੱਖਣ ਯੋਗ ਹੈ। ਇੱਕ ਭਗਤ ਕਬੀਰ ਜੀ ਦਾ ਸ਼ਬਦ ਵੀ ਹੈ, ਖਿਆਲ ਵਿੱਚ ਰੱਖਣ ਯੋਗ। ਜਹ ਮਰਨੈ ਸਭ ਜਗਤ ਤਰਾਸਿਆ, ਸੋ ਮਰਨਾ ਗੁਰ ਸ਼ਬਦ ਪ੍ਰਗਾਸਿਆ। ਅਬ ਕੈਸੇ ਮਰੋਂ ਮਰਨ ਮਨ ਮਾਨਿਆ, ਮਰ ਮਰ ਜਾਤੇ ਜਿਨ ਰਾਮ ਨਾ ਜਾਣੇ। ਕਹਿੰਦੇ ਉਹ ਮਰ ਰਹੇ ਹਨ ਜਿਨ੍ਹਾਂ ਨੇ ਰਾਮ ਨੂੰ ਜਾਣਿਆ ਨਹੀਂ।
ਆਮ ਸੰਸਾਰੀ ਲੋਕ ਜੀਵਨ ਦੀ ਆਕਾਂକ୍ଷା ਕਰਦੇ, ਜੀਵਨ ਵਾਸਤੇ ਬਹੁਤ ਭੱਜੇ ਫਿਰਦੇ, ਕਿੰਨਾ ਕੁਛ ਇਕੱਠਾ ਕਰਦੇ, ਬਹੁਤ ਬਚਾਵ ਕਰਦੇ, ਫਿਰ ਵੀ ਜੀ ਕਿੱਥੇ ਰਹੇ ਹਨ? ਬਚਣ ਵਾਸਤੇ, ਬਚਾਉਣ ਵਾਸਤੇ ਜੀ ਰਹੇ ਹਨ। ਜੀਵਨ ਕਾਹਦਾ ਹੈ? ਡਰਦੇ ਡਰਦੇ ਜੀ ਰਹੇ ਹਨ, ਘਬਰਾਏ ਘਬਰਾਏ ਜੀ ਰਹੇ ਹਨ। ਕਿਧਰੇ ਬਿਮਾਰੀ ਨਾ ਚੰਬੜ ਜਾਵੇ, ਕਿਧਰੇ ਕੋਈ ਪ੍ਰੋਬਲਮ ਨਾ ਆ ਜਾਵੇ, ਸਮੱਸਿਆ ਨਾ ਆ ਜਾਵੇ। ਜੀਵਨ ਕਾਹਦਾ ਹੈ? ਕਬੀਰ ਜੀ ਕਹਿੰਦੇ ਜਿਹੜਾ ਸਾਰਾ ਜਗਤ ਤਰਾਸਿਆ ਡਰ ਰਿਹਾ ਹੈ ਮਰਨ, ਉਸ ਮਰਨ ਨੂੰ ਗੁਰੂ ਦੇ ਕਿਰਪਾ ਦੁਆਰਾ, ਗੁਰੂ ਦੇ ਉਪਦੇਸ਼ ਦੁਆਰਾ ਜਾਣਿਆ ਹੈ। ਮਰਨੋ ਮਰਨ ਕਹੈ ਸਭ ਕੋਈ, ਸਹਜੇ ਮਰੇ ਅਮਰ ਸੋਇ। ਗੁਰੂ ਸਹਜੇ ਹੀ ਮਰਨ ਦੀ ਕਲਾ ਦੱਸਦਾ। ਗੁਰੂ ਮਰਨ ਦੀ ਹੀ ਕਲਾ ਦੱਸਦਾ। ਗੁਰੂ ਦੱਸਦਾ ਹੈ ਜੀਂਦੇ ਜੀ ਕਿਵੇਂ ਮਰ ਜਾਓ। ਮਰਨ ਦੀ ਤਿਆਰੀ ਕਰਾਉਂਦਾ ਹੈ ਪਹਿਲਾਂ। ਜਦੋਂ ਕੋਈ ਪੂਰਾ ਹੀ ਮਰਨ ਨੂੰ ਤਿਆਰ ਹੋ ਜਾਂਦਾ ਹੈ, ਮਿਟਣ ਨੂੰ ਤਿਆਰ ਹੋ ਜਾਂਦਾ ਹੈ, ਤੋ ਫਿਰ ਮੌਤ ਤੋਂ ਪਾਰ ਚਲੇ ਜਾਂਦੇ। ਜਦੋਂ ਤੁਸੀਂ 100% ਮੌਤ ਨੂੰ ਸਵੀਕਾਰ ਕਰ ਲਓ, ਮਰਨ ਨੂੰ ਸਵੀਕਾਰ ਕਰ ਲਓ, ਫਿਰ ਮੌਤ ਕਿਵੇਂ ਆਊਗੀ? ਫਿਰ ਤੇ ਤੁਸੀਂ ਮੌਤ ਤੋਂ ਵੀ ਪਾਰ ਚਲੇ ਗਏ, ਜੋ ਮੌਤ ਨੂੰ ਹੀ ਸਵੀਕਾਰ ਕਰ ਲਏ। ਜਿਵੇਂ ਇੱਕ ਪੁਰਾਣੀ ਕਹਾਣੀ ਹੈ ਨਾ ਨਚਿਕੇਤਾ ਦੀ, ਕਹਿੰਦੇ ਉਹ ਆਪੇ ਹੀ ਮੌਤ ਕੋਲ ਚਲੇ ਗਿਆ ਸੀ ਮਰਨ ਵਾਸਤੇ। ਮੌਤ ਨੂੰ ਕਹਿੰਦਾ ਵੀ ਮੈਂ ਆ ਗਿਆ। ਮੌਤ ਵੀ ਘਬਰਾ ਗਈ ਵੀ ਮੈਂ ਤੇ ਲੋਕਾਂ ਨੂੰ ਮਾਰਦੀ ਹਾਂ, ਲੋਕ ਨੱਠਦੇ ਹੈ ਮੇਰੇ ਕੋਲ ਬਚਦੇ, ਇਹ ਆਪੇ ਹੀ ਤੁਰਿਆ ਹੁੰਦਾ। ਉਹਨੂੰ ਕਹਿੰਦੇ ਮੌਤ ਨੇ ਸਮਝਾਇਆ ਵੀ ਤੂੰ ਜਾ, ਤੂੰ ਬੱਚਾ ਹੈ, ਜੇ ਤੇਰੀ ਮੌਤ ਨਹੀਂ ਆਈ। ਉਹ ਕਹਿੰਦਾ ਮੈਂ ਜਾਣਾ ਹੀ ਨਹੀਂ ਇੱਦਾਂ। ਮੌਤ ਨੂੰ ਜਾਣ ਕੇ ਹੀ ਜਾਣਾ ਹੈ। ਦੇਖੋ ਆਪੇ ਹੀ ਮੌਤ ਕੋਲ ਚਲੇ ਗਿਆ। ਇਹਦਾ ਭਾਵ ਇਹ ਹੋਇਆ ਵੀ ਮਿਟਣ ਨੂੰ ਤਿਆਰ ਹੋ ਗਿਆ ਆਪੇ ਹੀ। ਤੇ ਜਿਹੜਾ ਮੌਤ ਕੋਲ ਆਪੇ ਹੀ ਚਲੇ ਗਿਆ, ਮੌਤ ਦਾ ਕੁਝ ਵੀ ਨਹੀਂ ਵਿਗਾੜਦੀ। ਮੌਤ ਹਾਰ ਗਈ ਕਹਿੰਦੇ। ਬਹੁਤ ਉਹਨੂੰ ਪ੍ਰਲੋਭਨ ਦਿੱਤੇ, ਰਾਜ ਭਾਗ ਦੇਵਾਂਗੇ, ਸੁੰਦਰ ਇਸਤਰੀਆਂ ਦੇਵਾਂਗੇ, ਜੇ ਦੇਵਾਂਗੇ ਉਹ ਦੇਵਾਂਗੇ, ਤੂੰ ਚਲੇ ਜਾਓ। ਕਹਿੰਦਾ ਨਹੀਂ, ਮੈਂ ਜਾਣੇ ਤੋਂ ਬਗੈਰ ਜਾਣਾ ਹੀ। ਮੌਤ ਦੇ ਰਹੱਸ ਨੂੰ ਜਾਣਨਾ, ਤੂੰ ਨਹੀਂ ਜਾਣ ਲਿਆ। ਤੇ ਜਿਹੜਾ ਮੌਤ ਨੂੰ ਸਵੀਕਾਰ ਕਰ ਲੈਂਦਾ ਤਾਂ ਫਿਰ ਮੌਤ ਤੋਂ ਵੀ ਪਾਰ ਚਲੇ ਜਾਂਦਾ ਹੈ, ਮਰਨ ਤੋਂ ਵੀ ਪਾਰ ਚਲੇ ਜਾਂਦਾ। ਤੇ ਜਿਹੜਾ ਮੌਤ ਤੋਂ ਘਬਰਾਉਂਦਾ ਹੈ, ਇਹੋ ਹੀ ਅਕਸਰ ਮੈਂ ਕਹਿੰਦਾ ਹੁੰਦਾ ਨਾ ਵੀ ਇਹ ਮਾਰਗ ਜਿਹੜਾ ਹੈ ਨਾ, ਇਹ ਡਰਪੋਕਾਂ ਵਾਸਤੇ ਨਹੀਂ ਹੈ। ਇਹ ਬਹੁਤ ਹੀ ਸਾਹਸੀ ਸੂਰਮਿਆਂ ਵਾਸਤੇ ਹੈ। ਸੂਰਮਾ ਉਹ ਨਹੀਂ ਜਿਹੜਾ ਬਾਹਰ ਦੂਸਰਿਆਂ ਨੂੰ ਧਮਕਾਉਂਦਾ ਹੈ, ਡਰਾਉਂਦਾ ਹੈ, ਉਹਨੂੰ ਸੂਰਮਾ ਨਹੀਂ ਕਹਿੰਦੇ। ਸੂਰਮਾ ਉਹ ਹੈ ਜਿਹੜਾ ਮਿਟਣ ਨੂੰ ਤਿਆਰ ਹੋ ਗਿਆ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ। ਉਹ ਮਰਨਾ ਕਬੂਲ ਕਰੋਗੇ ਤਾਂ ਜੀਵਨ ਦੀ ਆਸ ਛੁੱਟੂਗੀ। ਇਹਦਾ ਭਾਵ ਇਹ ਵੀ ਨਹੀਂ ਹੈ, ਖਿਆਲ ਵਿੱਚ ਰੱਖੋ, ਵੀ ਬਹੁਤ ਸਾਰੇ ਲੋਕ ਸੰਸਾਰ ਦੇ ਵਿੱਚ ਜੀਣਾ ਨਹੀਂ ਚਾਹੁੰਦੇ ਹਨ, ਅਸਫਲ ਹੋ ਗਏ ਕਿਸੇ ਕਾਰਨ ਕਰਕੇ, ਕਾਮਯਾਬ ਨਹੀਂ ਹੋਏ, ਤੇ ਉਹ ਵੀ ਨਹੀਂ ਜੀਣਾ ਚਾਹੁੰਦੇ ਹਨ। ਤਾਂ ਉਹਦਾ ਇਹ ਭਾਵ ਨਹੀਂ ਹੈ ਵੀ ਉਹਨਾਂ ਨੇ ਮਰਨਾ ਸਵੀਕਾਰ ਕਰ ਲਿਆ। ਨਹੀਂ, ਜਿੱਦਾਂ ਦਾ ਜੀਵਨ ਚਾਹੀਦਾ ਹੈ ਵੈਸਾ ਨਹੀਂ ਮਿਲ ਰਿਹਾ, ਉਹ ਜੀਵਨ ਤੋਂ ਨਿਰਾਸ਼ ਹੋ ਗਏ ਹਨ। ਇਹ ਫਰਕ ਹੈ, ਥੋੜ੍ਹਾ ਜਿਹਾ ਖਿਆਲ ਵਿੱਚ ਲਿਓ। ਬਹੁਤੇ ਧਾਰਮਿਕ ਲੋਕ ਇਸ ਫਰਕ ਨੂੰ ਨਹੀਂ ਸਮਝਦੇ ਹਨ, ਸਮਝ ਨਹੀਂ ਸਕਦੇ ਹਨ।
ਜਿਹੜੇ ਜੀਵਨ ਤੋਂ ਨਿਰਾਸ਼ ਹੋ ਗਏ ਹਨ, ਹਤਾਸ਼ ਹੋ ਗਏ ਹਨ, ਉਦਾਸ ਹੋ ਗਏ ਹਨ, ਪਰੇਸ਼ਾਨ ਹੋ ਗਏ ਹਨ, ਜੀਣਾ ਨਹੀਂ ਚਾਹੁੰਦੇ ਹਨ, ਉਹ ਨੈਗੇਟਿਵ ਹਨ। ਉਹਨਾਂ 'ਚ ਉਤਸ਼ਾਹ ਨਹੀਂ ਹੋਊਗਾ, ਪ੍ਰਫੁੱਲਤਾ ਨਹੀਂ ਹੋਊਗੀ, ਉਮੰਗ ਨਹੀਂ ਹੋਵੇਗੀ, ਤਰੰਗ ਨਹੀਂ ਹੋਵੇਗੀ। ਤੇ ਜਿਹੜਾ ਵਾਸਤਵਿਕ ਦੇ ਵਿੱਚ ਅਧਿਆਤਮਵਾਦੀ ਹੈ ਨਾ, ਜਿਹਨੇ ਮੌਤ ਨੂੰ ਸਵੀਕਾਰ ਕਰ ਲਿਆ ਹੈ, ਗਲ ਵਕੜੀ 'ਚ ਲੈ ਲਿਆ ਵੀ ਆ ਤੂੰ, ਮੈਂ ਉਡੀਕ ਕਰ ਰਿਹਾ ਹਾਂ ਤੇਰੀ ਬੇਸਬਰੀ ਦੇ ਨਾਲ, ਆਇਆ। ਉਹਦੇ ਵਿੱਚ ਉਮੰਗ ਹੋਵੇਗੀ, ਤਰੰਗ ਹੋਵੇਗੀ, ਪ੍ਰਫੁੱਲਤਾ ਹੋਵੇਗੀ। ਇਹ ਫਰਕ ਹੋਵੇਗਾ। ਉਹ ਨਿਰਾਸ਼ ਨਹੀਂ ਹੋਇਆ ਹੈ, ਖਿਆਲ ਵਿੱਚ ਰੱਖੋ। ਉਦਾਸੀਨ ਸ਼ਬਦ ਦਾ ਇਹ ਅਰਥ ਨਹੀਂ ਹੈ ਕਿ ਸੰਸਾਰ ਚੋਂ ਉਦਾਸ ਹੋ ਕੇ ਮੂੰਹ ਲਟਕਾ ਕੇ ਬੈਠਾ ਹੋਇਆ। ਜਿਹੜਾ ਸੰਸਾਰ ਤੋਂ ਉਦਾਸ ਹੋ ਕੇ ਮੂੰਹ ਲਟਕਾ ਕੇ ਬੈਠਾ ਹੋਇਆ ਹੈ ਨਾ, ਉਹ ਹਾਰਿਆ ਹੋਇਆ ਹੈ, ਉਹ ਨੈਗੇਟਿਵ ਹੈ, ਉਹ ਜੀਣਾ ਨਹੀਂ ਚਾਹੁੰਦਾ ਹੈ। ਉਹਨੂੰ ਮਿਲਿਆ ਨਹੀਂ, ਜਿਸ ਤਰ੍ਹਾਂ ਦਾ ਜੀਵਨ ਚਾਹੀਦਾ ਵੈਸਾ ਨਹੀਂ ਮਿਲਿਆ। ਕਈ ਆਤਮ ਹੱਤਿਆ ਵੀ ਕਰ ਲੈਂਦੇ ਹਨ, ਉਹਨਾਂ ਨੂੰ ਕੁਛ ਉਪਲਬਧ ਨਹੀਂ ਹੁੰਦਾ। ਉਹ ਜਿਸ ਤਰ੍ਹਾਂ ਦਾ ਚਾਹੁੰਦੇ ਸੀ ਵੈਸਾ ਨਹੀਂ ਹੋ ਰਿਹਾ, ਜੋ ਚਾਹੀਦਾ ਸੀ ਨਹੀਂ ਮਿਲਿਆ। ਉਹ ਧਾਰਮਿਕ ਨਹੀਂ ਹਨ, ਉਹ ਅਧਾਰਮਿਕ ਹਨ, ਉਦਾਸ ਹਨ, ਹਤਾਸ਼ ਹਨ, ਨਿਰਾਸ਼ ਹਨ। ਪਰ ਵਾਸਤਵਿਕ ਜਿਹੜਾ ਧਾਰਮਿਕ ਹੈ ਨਾ, ਜਿਹਨੇ ਮਰਨ ਨੂੰ ਸਵੀਕਾਰ ਕਰ ਲਿਆ ਹੈ, ਸੰਸਾਰ ਵੱਲੋਂ ਪਿੱਠ ਕਰ ਲਈ, ਜਿਹਨੇ ਪੂਰਨ ਤਰ੍ਹਾਂ ਹੈ ਮਰਨ ਨੂੰ ਸਵੀਕਾਰ ਕੀਤਾ ਹੈ, ਉਹ ਨਿਰਾਸ਼ ਨਹੀਂ ਹੋਵੇਗਾ, ਹਤਾਸ਼ ਨਹੀਂ ਹੋਵੇਗਾ। ਉਹਦੇ 'ਚ ਉਮੰਗ ਹੋਵੇਗੀ, ਤਰੰਗ ਹੋਵੇਗੀ। ਉਹ ਜੀਵਨ ਦੇ ਵਿੱਚ ਜੀ ਰਿਹਾ ਹੋਵੇਗਾ। ਮੌਤ ਨੂੰ ਸਵੀਕਾਰ ਕਰਕੇ ਹੀ ਜੀਵਨ ਵਾਸਤਵਿਕ ਦੇ ਵਿੱਚ ਜੀਵਨ ਹੈ, ਕਿਉਂਕਿ ਫਿਰ ਭਵਿੱਖ ਦੇ ਵਿੱਚ ਨਹੀਂ ਜਾਵੇਗਾ, ਉਹ ਵਰਤਮਾਨ 'ਚ ਜੀਵੇਗਾ, ਉਹ ਸ਼ਾਸਵਤ ਵਿੱਚ ਜੀਵੇਗਾ। ਜਿਹੜਾ ਮੌਤ ਨੂੰ ਸਵੀਕਾਰ ਕਰ ਲੈਂਦਾ, ਕਿਵੇਂ ਜਾਵੇਗਾ ਭਵਿੱਖ 'ਚ ਜਦੋਂ ਮੌਤ ਆ ਹੀ ਰਹੀ ਹੈ? ਫਿਰ ਸੋਚਣਾ ਹੀ ਕਿਉਂ ਹੈ ਜੀਵਨ ਬਾਰੇ? ਜੇ ਜੀਵਨ ਬਾਰੇ ਨਹੀਂ ਸੋਚਣਾ, ਮਨ ਨਹੀਂ ਚੱਲਦਾ, ਤਾਂ ਸ਼ਾਸਵਤ ਦੇ ਵਿੱਚ ਜੀਵੇਗਾ, ਉਹ ਵਾਸਤਵਿਕ ਦੇ ਵਿੱਚ ਜੀਵੇਗਾ। ਉਹਦਾ ਹੀ ਜੀਵਨ ਹੋਵੇਗਾ, ਉਹਦਾ ਹੀ ਜੀਵਨ ਹੈ। ਖਿਆਲ ਵਿੱਚ ਰੱਖੋ, ਇਹ ਉਲਟੀ ਗੱਲ ਲੱਗਦੀ ਹੈ, ਬਹੁਤਿਆਂ ਨੂੰ ਸਮਝ ਵਿੱਚ ਵੀ ਨਹੀਂ ਆਵੇਗੀ, ਆਮ ਧਾਰਮਿਕ ਵਿਅਕਤੀ ਨੂੰ, ਵੀ ਜੇ ਸੰਸਾਰ ਚੋਂ ਨਿਰਾਸ਼ ਹੋ ਗਿਆ, ਜਿਸ ਤਰ੍ਹਾਂ ਮੈਂ ਅਕਸਰ ਕਹਿੰਦਾ, ਸੰਸਾਰ ਵੱਲੋਂ ਧਿਆਨ ਹਟਾਉਣਾ ਹੈ, ਸੰਸਾਰ ਝੂਠ ਹੈ, ਅਸਤ ਹੈ, ਮਿਥਿਆ ਹੈ। ਲੋਕ ਡਰਦੇ ਹਨ ਇੰਨੀ ਗੱਲ ਤੋਂ। ਜਿਵੇਂ ਕੱਲ ਗਿਆ ਸੀ ਮੈਂ, ਵੀ ਸਰੀਰ ਨੇ ਛੁੱਟਣਾ ਹੀ, ਛੁੱਟੇਗਾ ਕੱਲ ਨਹੀਂ ਪਰਸੋਂ, ਪਹਿਲਾਂ ਛੁੱਟ ਜਾਵੇ ਤਾਂ ਕੀ। ਇਸ ਗੱਲੋਂ ਵੀ ਲੋਕ ਡਰਦੇ ਆ, ਕਿਉਂਕਿ ਸਰੀਰ ਨੂੰ ਤੇ ਬਚਾਉਣਾ ਚਾਹੁੰਦੇ ਹੋ ਤੁਸੀਂ, ਸਰੀਰ ਵਾਸਤੇ ਤੇ ਭੱਜੇ ਫਿਰਦੇ ਦਿਨ ਰਾਤ। ਤੇ ਬਚਾਇਆ ਵੀ ਬਚਦਾ ਥੋੜੀ ਹੈ, ਬਚਾਇਆ ਵੀ ਬਚਦਾ ਥੋੜੀ ਹੈ। ਕੌਣ ਬਚਾ ਸਕਿਆ? ਜਿੰਨਾ ਖੁਸ਼ੀ ਬਚਾਈ ਜਾਓ, ਆਖਰ ਤੇ ਮਰਨਾ ਹੀ ਹੈ, ਮੌਤ ਤੇ ਆ ਹੀ ਰਹੀ ਹੈ। ਜਿੰਨੀ ਬਚਾਉਣ ਦੀ ਕੋਸ਼ਿਸ਼ ਕਰਦੇ ਹੋ, ਉਨੀ ਨੇੜੇ ਆ ਰਹੀ ਹੈ ਮੌਤ। ਤੇ ਜਿਹੜਾ ਬਚਣਾ ਹੀ ਨਹੀਂ ਹੈ, ਉਹਦੇ ਵਾਸਤੇ ਸੋਚਣਾ ਕਿਉਂ? ਬਚ ਸਕਦਾ ਨਹੀਂ। ਐਸਾ ਵੀ ਨਹੀਂ ਹੈ ਵੀ ਜਿਹੜਾ ਮੌਤ ਨੂੰ ਸਵੀਕਾਰ ਕਰ ਲੈਂਦਾ ਹੈ, ਉਹ ਫਿਰ ਖਾਂਦਾ ਪੀਂਦਾ ਨਹੀਂ। ਨਹੀਂ, ਉਹ ਵਰਤਮਾਨ ਦੇ ਵਿੱਚ ਰਹਿੰਦਾ ਹੈ, ਜੋ ਖਾਣ ਨੂੰ ਮਿਲਦਾ ਖਾ ਲੈਂਦਾ ਹੈ, ਉਹਦੇ 'ਚ ਪ੍ਰਫੁੱਲਤ ਹੁੰਦਾ ਹੈ, ਉਹ ਨਿਸ਼ਚਿੰਤ ਹੋ ਜਾਂਦਾ ਹੈ। ਇਹ ਵਾਸਤਵਿਕ ਜੀਵਨ ਦੀ ਕਲਾ ਹੈ, ਕੋਈ ਨਹੀਂ ਦੱਸਦਾ ਹੈ। ਤੇ ਜਿਹੜਾ ਡਰਪੋਕ ਹੈ ਨਾ, ਸੂਰ ਕੇ ਸਨਮੁਖ ਰਣ ਤੇ ਡਰ ਪੈ, ਸਤੀ ਕੇ ਸਾਚੇ ਭਾਂਡੇ। ਜਿਵੇਂ ਕਬੀਰ ਜੀ ਕਹਿੰਦੇ ਹਨ ਵੀ ਜਿਹੜਾ ਸੂਰਮਾ ਸਾਹਮਣੇ ਡਰ ਰਿਹਾ ਹੈ,
ਰਣ ਤੋਂ, ਮੈਦਾਨ ਤੋਂ, ਮੈਦਾਨੇ ਜੰਗ ਤੋਂ। ਉਹ ਵੈਸੇ ਹੀ ਹੈ ਜਿਵੇਂ ਸਤੀ ਆਪਣੇ ਭਾਂਡੇ ਸਾਂਭ ਰਹੀ ਹੈ। ਜੋ ਸਤੀ ਹੋਣਾ ਹੈ ਤੂੰ, ਤੇ ਭਾਂਡਾ ਟੀਂਡਾ ਕਿਉਂ ਸਾਂਭਦੀ? ਮਾਰੀ ਜਾਣਾ ਹੈ ਤੇ ਭਾਂਡਾ ਟੀਂਡਾ ਕਿਉਂ ਸਾਂਭਦੀ? ਉਹ ਸਾਂਭੀ ਇਸੇ ਕਰਕੇ ਰਹੀ ਹੈ ਕਿ ਸਤੀ ਹੋਣਾ ਨਹੀਂ। ਤੇ ਜਿਹੜਾ ਡਰਦਾ ਹੈ, ਘਬਰਾਉਂਦਾ ਹੈ, ਉਹ ਧਿਆਨ ਦੇ ਵਿੱਚ ਉਤਰ ਨਹੀਂ ਸਕਦਾ ਹੈ। ਤੇ ਡਰ ਹੈ ਸੰਸਾਰ ਦੇ ਛੁੱਟਣ ਦਾ। ਭੈ ਕੀ ਹੈ? ਮੌਤ ਦਾ ਭੈ ਕਿਉਂ ਹੈ? ਸਭ ਕੁਝ ਛੁੱਟ ਜਾਣਾ ਹੈ, ਤੁਹਾਡੇ ਆਪਣੇ ਰਿਸ਼ਤੇਦਾਰ, ਇਹ ਤੇ ਛੁੱਟਣਾ ਹੀ ਹੈ। ਸਰੀਰ ਵੀ ਛੁੱਟ ਜਾਣਾ ਹੈ। ਸਰੀਰ ਦੇ ਨਾਲ ਵੀ ਪਕੜ ਹੈ ਆਦਮੀ ਦੀ ਬਹੁਤ ਮਜ਼ਬੂਤ। ਇਹ ਸਰੀਰ ਦੁਬਾਰਾ ਫਿਰ ਦੂਸਰੇ ਸਰੀਰਾਂ ਦੇ ਨਾਲ ਪਕੜ ਹੈ। ਜਿੰਨੀ ਪਕੜ ਘਟੇਗੀ ਉਨੇ ਤੁਸੀਂ ਨਿਸ਼ਚਿੰਤ ਹੁੰਦੇ ਜਾਓਗੇ। ਖਿਆਲ ਵਿੱਚ ਰੱਖੋ, ਇਹ ਕੋਈ ਮੈਂ ਪੜ੍ਹੀਆਂ ਸੁਣੀਆਂ ਗੱਲਾਂ ਨਹੀਂ ਕਰ ਰਿਹਾ, ਜਾਣ ਕੇ ਕਰ ਰਿਹਾ ਵੀ ਐਸਾ ਹੁੰਦਾ ਹੈ। ਅਗਰ ਕੋਈ ਵੀ ਪਕੜ ਨਹੀਂ ਹੈ ਤੁਹਾਡੀ, ਤੁਸੀਂ ਬੜੇ ਹੀ ਨਿਸ਼ਚਿੰਤ ਹੋ ਜਾਓਗੇ, ਪ੍ਰਫੁੱਲਤ ਰਹੋਗੇ, ਕੋਈ ਚਿੰਤਾ ਹੀ ਨਹੀਂ। ਮੌਤ ਆ ਰਹੀ ਹੈ ਤੇ ਆ ਰਹੀ ਹੈ, ਸਵੀਕਾਰ ਹੈ ਆਪਾਂ ਨੂੰ। ਆ ਜਾ, ਅਸੀਂ ਤਿਆਰ ਬੈਠੇ ਹੋਏ। ਜਿੱਥੇ ਕਬੀਰ ਜੀ ਕਹਿੰਦੇ ਹਨ, ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ। ਵੀ ਆ ਜਾ ਤੂੰ, ਮੈਂ ਬੜੀ ਖੁਸ਼ੀ ਦੇ ਨਾਲ ਇੰਤਜ਼ਾਰ ਕਰ ਰਿਹਾ। ਤੇ ਜਿਹੜਾ ਸਰੀਰ ਮਰਨਾ ਹੀ ਹੈ, ਤਾਂ ਉਹਨੇ ਮਰਨਾ ਹੀ ਹੈ, ਮਿਟਣਾ ਹੀ। ਤੇ ਜੀਂਦੇ ਜੀ ਮਰਨ ਦੀ ਕਲਾ ਸਿੱਖਣੀ ਹੈ। ਤੇ ਜੀਂਦੇ ਜੀ ਮਰਨਾ ਦੀ ਕਲਾ ਉਹ ਸਿੱਖਦਾ ਹੈ ਜਿਹੜਾ ਪਹਿਲਾਂ ਮਰਨ ਨੂੰ ਸਵੀਕਾਰ ਕਰ ਲੈਂਦਾ ਹੈ। ਇਹ ਗੱਲ ਖਿਆਲ ਵਿੱਚ ਰੱਖੋ। ਅਗਰ ਤੁਸੀਂ ਮਰਨ ਦੇ ਸ਼ਬਦ ਤੋਂ ਵੀ ਘਬਰਾਉਂਦੇ ਹੋ ਤੇ ਤੁਸੀਂ ਧਿਆਨ ਨੂੰ ਉਪਲਬਧ ਨਹੀਂ ਹੋ ਸਕਦੇ। ਤੁਸੀਂ ਡਰਦੇ ਹੋ। ਤੇ ਬਹੁਤ ਸਾਰਾ ਉਪਦੇਸ਼ ਜਿਨ੍ਹਾਂ ਨੇ ਜਾਣਿਆ ਹੈ ਇਸੇ ਪੱਖ ਦਾ ਹੀ ਦਿੱਤਾ ਹੋਇਆ। मरता मरता जग मुआ, मर भी न जानिया को, ऐसे मरने जो मरे बाहर न मरना हो। कबीर कैसे मरेंगे, कैसा मरना होए, जेकर साहिब मनो न विसरे ता साहिला मरना सो। ਸਾਹਿਬ ਮਨੋ ਨਾ ਵਿਸਰੇ, ਜਿਹੜਾ ਹੁਣ ਸਾਹਿਬ ਨੂੰ ਚੇਤੇ ਕਰੇਗਾ ਤੇ ਬਾਹਰਲਾ ਪੱਖ ਤੇ ਮਾਰੀ ਜਾਵੇਗਾ। ਸਾਹਿਬ ਤੁਹਾਡੇ ਅੰਦਰ ਹੈ, ਸੰਸਾਰ ਬਾਹਰ ਹੈ। ਬਾਹਰਲਾ ਭੁੱਲ ਗਿਆ ਤੇ ਬਾਹਰੋਂ ਤੇ ਤੁਸੀਂ ਮਾਰੀ ਗਏ। ਜਿਵੇਂ ਰਾਤ ਨੂੰ ਤੁਸੀਂ ਸੌਂਦੇ ਹੋ, ਉਹ ਵੀ ਇੱਕ ਕਿਸਮ ਦੀ ਮੌਤ ਹੈ, ਛੋਟੀ ਜਿਹੀ। ਪਰ ਉਹ ਇਸ ਆਸਾ ਦੇ ਵਿੱਚ ਸੌਂਦੇ ਹੋ ਸਵੇਰੇ ਉੱਠ ਕੇ ਫਿਰ ਕਾਰੋਬਾਰ ਕਰਨੇ ਹੈ, ਆਪਣੇ ਹਨ, ਸਾਰੇ ਨਾਲ ਹਨ, ਤੁਹਾਨੂੰ ਪਤਾ ਨਹੀਂ ਹੈ ਵੀ ਬਿਲਕੁਲ ਹੀ ਮਰ ਜਾਣਾ। ਤੇ ਰਾਤ ਵੀ ਇੱਕ ਛੋਟੀ ਜਿਹੀ ਮੌਤ ਹੈ। ਤੁਸੀਂ ਸਭ ਕੁਝ ਭੁੱਲ ਜਾਂਦੇ ਹੋ, ਉਦੋਂ ਕੁਝ ਹੁੰਦਾ ਹੈ ਤੁਹਾਡਾ। ਘਰ ਪਰਿਵਾਰ, ਸਰੀਰ ਵੀ ਭੁੱਲ ਜਾਂਦਾ, ਸਭ ਕੁਝ ਭੁੱਲ ਜਾਂਦਾ। ਫਿਰ ਵੀ ਤੁਸੀਂ ਤੇ ਹੁੰਦੇ ਹੋ ਨਾ। ਸਭ ਕੁਝ ਭੁੱਲ ਗਿਆ ਫਿਰ ਵੀ ਤੁਸੀਂ ਤੇ ਹੋ। ਕਦੇ ਖਿਆਲ ਕੀਤਾ ਹੈ? ਤੁਸੀਂ ਤੇ ਨਹੀਂ ਗਏ। ਸਭ ਕੁਝ ਵਿਸਰ ਗਿਆ ਨੀਂਦ ਦੇ ਵਿੱਚ, ਤਾਂ ਵੀ ਤੁਸੀਂ ਤੇ ਹੋ। ਤੇ ਉਹ ਛੋਟੀ ਮੌਤ ਹੈ, ਉਹਦੇ 'ਚ ਤਜਰਬਾ। ਇੱਦਾਂ ਹੀ ਸਭ ਕੁਝ ਵਿਸਰ ਜਾਂਦਾ ਹੈ, ਸਭ ਕੁਝ ਭੁੱਲ ਜਾਂਦਾ ਹੈ। ਫਿਰ ਵੀ ਉਹ ਜਿਹੜਾ ਜਾਣਨ ਵਾਲਾ ਹੈ, ਸੁਪਨਾ ਦੇਖਣ ਵਾਲਾ, ਉਹ ਤੇ ਹੈ ਹੀ ਨਾ। ਉਹ ਤੇ ਨਹੀਂ ਗਿਆ ਹੈ ਕਿਧਰੇ ਵੀ। ਇੱਦਾਂ ਹੀ ਸੰਸਾਰ ਦਾ ਸੁਪਨਾ ਚੱਲ ਰਿਹਾ ਹੈ ਬਾਹਰ। ਬਾਹਰ ਦਾ ਸੁਪਨਾ ਭੁੱਲ ਗਿਆ, ਧਿਆਨ ਹਟਾ ਲਿਆ। ਤੇ ਜਿਹੜਾ ਸੁਪਨਾ ਤੁਹਾਡੇ ਅੰਦਰ ਦੇਖਣ ਵਾਲਾ ਹੈ ਬਾਹਰ ਦਾ, ਸੰਸਾਰ ਦਾ, ਉਹ ਤੇ ਹੈ ਹੀ ਨਾ। ਬਾਹਰਲੇ ਪੱਖ ਤੋਂ ਤੁਸੀਂ ਮਰ ਗਏ,
ਟੋਟਲ ਵਿਸਰ ਗਿਆ, ਸਭ ਕੁਝ ਭੁੱਲ ਗਿਆ। ਅੰਦਰ ਜਿਹੜਾ ਜਾਣਨ ਵਾਲਾ ਹੈ, ਦੇਖਣ ਵਾਲਾ ਹੈ, ਉਹ ਮੌਜੂਦ ਹੈ। ਤੇ ਇੱਕ ਪੱਖ ਮਰਨਾ ਹੈ, ਜਿਹੜਾ ਵਾਸਤਵਿਕ ਤੁਹਾਡਾ ਪੱਖ ਹੈ, ਖਿਆਲ ਵਿੱਚ ਰੱਖੋ, ਉਹ ਪੂਰਾ ਦਾ ਪੂਰਾ ਹੀ ਮੈਂ, ਮੇਰੀ, ਉਹ ਮੈਂ ਮਰੇਗੀ। ਉਹ ਮੈਂ ਨੂੰ ਮਾਰਨਾ ਹੈ। ਉਹ ਮੈਂ ਮਰ ਗਈ ਨਾ ਤਾਂ ਸਭ ਕੁਝ ਹੀ ਮਰ ਜਾਂਦਾ ਹੈ, ਟੋਟਲ ਦਾ ਟੋਟਲ। ਫਿਰ ਸਰੀਰ ਮਰੇਗਾ, ਤੁਸੀਂ ਫਿਰ ਅਗਲਾ ਸਰੀਰ ਢੋਲ ਲਾਓਗੇ। ਮੈਂ ਨਹੀਂ ਨਾ ਮਰਦੀ, ਮੈਂ ਦੀ ਵਾਸ਼ਨਾ ਰਹਿੰਦੀ ਹੈ ਤੇ ਅਗਲੇ ਸਰੀਰ ਦੇ ਵਿੱਚ ਜਾਂਦੀ ਉਹ ਵਾਸ਼ਨਾ ਕਰਕੇ। ਤੇ ਜਦੋਂ ਮੈਂ ਵੀ ਮਰ ਜਾਂਦੀ ਹੈ ਫਿਰ ਟੋਟਲੀ ਮਰਨਾ ਹੋ ਜਾਂਦਾ। ਫਿਰ ਵਾਸ਼ਨਾ ਵੀ ਨਹੀਂ ਰਹੀ, ਕਾਮਨਾ ਨਹੀਂ ਰਹੀ, ਮੈਂ ਹੀ ਨਹੀਂ ਰਹੀ, ਮੈਂ ਹੈ ਹੀ ਨਹੀਂ। ਪਰਮਾਤਮਾ ਹੀ ਪਰਮਾਤਮਾ ਹੈ, ਮੈਂ ਨਹੀਂ ਹੈ। ਮੈਂ ਮਰ ਗਿਆ, ਵਿੱਚੋਂ ਨਿਕਲ ਗਈ ਤੇ ਪਰਮਾਤਮਾ ਹੈ, ਤੇ ਪਰਮਾਤਮਾ ਦੇ ਨਾਲ ਇਕਤਾ ਹੋ ਜਾਂਦੀ। ਤੇ ਇਹ ਗੱਲ ਖਿਆਲ ਵਿੱਚ ਰੱਖਣ ਯੋਗ ਹੈ। ਇਸੇ ਕਰਕੇ ਮੈਂ ਅੱਜ ਕਰ ਰਿਹਾ ਕਿ ਜਿਨ੍ਹਾਂ ਦੇ ਅੰਦਰ ਸਾਹਸ ਨਹੀਂ ਹੈ ਮਰਨ ਦਾ, ਮਰਨ ਦੀ ਗੱਲ ਤੋਂ ਘਬਰਾਉਂਦੇ ਹਨ, ਮਰਨਾ ਨਹੀਂ ਚਾਹੁੰਦੇ ਹਨ, ਮਰਨ ਨੂੰ ਸਵੀਕਾਰ ਨਹੀਂ ਕਰ ਰਹੇ ਹਨ, ਕਰ ਨਹੀਂ ਸਕਦੇ ਹਨ, ਉਹ ਧਿਆਨ 'ਚ ਉਤਰ ਨਹੀਂ ਸਕਦੇ। ਟੋਟਲ 100% ਕੋਈ ਮਰਨ ਨੂੰ ਸਵੀਕਾਰ ਕਰ ਲਵੇ ਨਾ, ਉਸੇ ਵੇਲੇ ਹੀ ਧਿਆਨ ਉਪਲਬਧ ਹੋ ਜਾਂਦਾ ਹੈ। ਖਿਆਲ ਵਿੱਚ ਰੱਖੋ, ਕਿਉਂਕਿ ਮਨ ਚੱਲਦਾ ਹੀ ਨਹੀਂ। ਜਦੋਂ 100% ਤੁਸੀਂ ਮਨ ਸਵੀਕਾਰ ਕਰ ਲਿਆ ਵੀ ਮਰ ਗਏ, ਬਸ ਫਿਰ ਮਨ ਨਹੀਂ ਚੱਲਦਾ, ਉੱਥੇ ਖੜ ਜਾਂਦਾ। ਪਰ ਸਵੀਕਾਰ ਹੈ, ਉੱਪਰੋਂ ਨਹੀਂ ਹੋਵੇਗਾ। ਤੇ ਜਿਹਨਾਂ ਦੇ ਅੰਦਰ ਸਾਹਸ ਨਹੀਂ ਹੈ, ਡਰੇ ਹੋਏ, ਕਮਜ਼ੋਰ ਹਨ, ਇਹੋ ਮੈਂ ਕਹਿੰਦਾ ਹਾਂ ਨਾ ਵੀ ਇਹ ਸੂਰਮੇ ਚੱਲਦੇ ਹਨ ਇਸ ਮਾਰਗ। ਇਹ ਸੂਰਮਿਆਂ ਦਾ ਮਾਰਗ ਹੈ, ਇਹ ਮਰ ਜੀਵੜਿਆਂ ਦਾ ਮਾਰਗ ਹੈ, ਕਮਜ਼ੋਰਾਂ ਦਾ ਨਹੀਂ, ਬਹਾਦਰਾਂ ਦਾ। ਜਿਹੜਾ ਥੋੜਾ ਜਿਹਾ ਵੀ ਸੂਰਮਾ ਹੈ, ਬਹਾਦਰ ਹੈ, ਪਰਵਾਹ ਨਹੀਂ ਕਰਦਾ ਹੈ ਵੀ ਮਰਨਾ ਤੇ ਹੈ ਹੀ, ਕੋਈ ਗੱਲ ਨਹੀਂ, ਮੌਤ ਨੂੰ ਸਵੀਕਾਰ ਕਰ ਲਓ। ਛੱਡਣਾ ਹੀ ਹੈ ਇੱਕ ਦਿਨ ਸੰਸਾਰ, ਤੇ ਪਹਿਲਾਂ ਹੀ ਛੱਡ ਲਓ। ਤੇ ਜਿਹੜਾ ਛੱਡ ਦਿੰਦਾ ਹੈ, ਮਰਨ ਤੋਂ ਬਾਅਦ ਜਿਹੜਾ ਛੁੱਟਣਾ ਹੈ, ਪਹਿਲਾਂ ਹੀ ਛੱਡ ਦਿੱਤਾ, ਤਾਂ ਉਹਦਾ ਵਾਸਤਵਿਕ ਦੇ ਵਿੱਚ ਜੀਵਨ ਹੁੰਦਾ ਹੈ। ਇਹ ਗੱਲ ਖਿਆਲ ਵਿੱਚ ਰੱਖਣੀ ਹੈ। ਪਹਿਲਾ ਮਰਨ ਕਬੂਲ ਕਰ ਲਿਆ, ਫਿਰ ਜੀਵਨ ਕੀ ਛੱਡ ਆਸ, ਫਿਰ ਆਸਾ ਨਹੀਂ ਰਹਿੰਦੀ। ਐਸਾ ਨਹੀਂ ਬਿਲਕੁਲ ਹੀ ਆਸਾ ਮਰ ਜਾਂਦੀ, ਆਸਾ ਵਿੱਚ ਨਿਰਾਸ ਵਲਾਏ ਤਉ ਨਾਨਕ ਮੋਖ ਅੰਤਰ ਪਾਏ। ਆਸਾ ਨਹੀਂ ਰਹਿੰਦੀ ਹੈ, ਪਰ ਉਹ ਨਿਰਾਸ ਵੀ ਨਹੀਂ ਹੁੰਦੇ। ਉਹਨਾਂ ਦੀ ਆਸਾ ਨਿਰਾਸ਼ਾ ਦੋਵੇਂ ਮਿਟ ਜਾਂਦੀਆਂ। ਇੱਕ ਤੇ ਹੈ ਨਾ ਵੀ ਕਿਸੇ ਦੀ ਆਸਾ ਨਹੀਂ ਰਹੀ, ਮੈਂ ਜਿਵੇਂ ਪਹਿਲਾਂ ਗੱਲ ਕੀਤੀ, ਉਹ ਨਿਰਾਸ਼ ਹੋ ਗਿਆ। ਨਹੀਂ, ਪ੍ਰਭੂ ਦਾ ਪਿਆਰਾ ਨਿਰਾਸ਼ ਵੀ ਨਹੀਂ ਹੁੰਦਾ, ਉਹ ਪ੍ਰਫੁੱਲਤ ਹੋ ਜਾਂਦਾ। ਆਸਾ ਨਹੀਂ ਰਹੀ। ਉਹ ਸਭਨ ਕੀ ਰੇਣਕਾ ਤਾਂ ਆਓ ਹਮਾਰੇ ਪਾਸ। ਰੇਣਕਾ ਦਾ ਭਾਵ ਹੁੰਦਾ ਵੀ ਸਾਰਿਆਂ ਦੀ ਧੂੜ ਮਿਟ ਗਏ, ਮਿਟ ਹੀ ਗਏ। ਤੇ ਜਦੋਂ ਮਿਟ ਗਏ ਤੇ ਤੁਸੀਂ ਆ ਹੀ ਗਏ, ਕੋਲੇ ਹੀ ਆ ਗਏ। ਭਾਵੇਂ ਦੂਰ ਹੋ ਤਾਂ ਵੀ ਕੋਲ ਆ ਗਏ, ਤਾਂ ਵੀ ਨੇੜੇ ਆ ਗਏ। ਦੂਰੀ ਤੇ ਸਿਰਫ ਸੋਚਣ ਕਰਕੇ ਹੈ ਨਾ, ਮਨ ਕਰਕੇ ਦੂਰੀ ਹੈ। ਮਨ ਨਾ ਰਿਹਾ ਤੇ ਦੂਰ ਥੋੜ੍ਹੀ ਹੈ ਤੁਸੀਂ। ਮਨ ਵਿੱਚੋਂ ਤੁਹਾਡਾ ਨਿਕਲ ਗਿਆ ਤੇ ਫਿਰ ਦੂਰੀ ਥੋੜ੍ਹੀ ਹੁੰਦੀ ਹੈ ਅੰਦਰੋਂ ਕੋਈ। ਫਿਰ ਤੇ ਏਕਤਾ ਦੇ ਨਾਲ ਇੱਕ ਹੀ ਹੋ ਗਿਆ ਨਾ, ਸਾਰੀ ਜਗ੍ਹਾ ਇੱਕੋ ਹੀ ਤਾਂ ਪਸਾਰਾ ਹੈ। ਮੈਂ ਨਿਕਲ ਗਈ ਵਿੱਚੋਂ ਤੇ ਇੱਕ ਹੋ ਗਈ। ਤੇ ਇੱਕੋ ਏਕ ਹਰ ਆਪ, ਸਾਰੀ ਜਗ੍ਹਾ ਹੋਈ। ਤੇ ਪਹਿਲਾ ਮਰਨ ਕਬੂਲ ਕਰ ਲਓ, ਸਵੀਕਾਰ ਕਰ ਲਓ। ਐਸਾ ਨਹੀਂ ਤੁਸੀਂ ਮਰ ਜਾਓਗੇ ਕਬੂਲ ਕਰਕੇ। ਜੀਵਨ ਤੇ ਜਿੰਨਾ ਹੈ ਉਹਨਾਂ ਚੱਲੇਗਾ ਹੀ, ਖਾਓਗੇ, ਪੀਓਗੇ, ਰਹੋਗੇ, ਪਰ ਤੁਹਾਡਾ ਮਨ ਨਹੀਂ ਚੱਲੇਗਾ। ਜੀਵਨ ਦੀ ਆਸਾ, ਇੱਛਾ, ਚਾਹਤ ਕਰਕੇ ਮਨ ਚੱਲਦਾ। ਤੁਸੀਂ ਸੰਭਾਲ ਰਹੇ ਹੋ
ਆਪਣੇ ਆਪ ਨੂੰ ਸੋਚ ਰਹੇ ਹੋ ਦਿਨ ਰਾਤ ਜੀਵਨ ਵਾਸਤੇ ਤਾਂ ਮਨ ਚੱਲੀ ਜਾਂਦਾ। ਜ਼ਿਆਦਾ ਸੋਚੋ ਨਾ, ਜਿੰਨਾ ਕੁ ਜੀਣਾ ਹੈ ਓਨਾ ਕੁ ਜੀਣਾ ਹੀ ਹੈ, ਓਨੇ ਕੁ ਸਵਾਸ ਚੱਲਣਗੇ। ਇਸ ਕਰਕੇ ਮੌਤ ਨੂੰ ਯਾਦ ਰੱਖੋ, ਆ ਰਹੀ ਹੈ, ਸਵੀਕਾਰ ਕਰ ਲਓ, ਗਲ ਬੱਕੜੀ 'ਚ ਲੈ ਲਓ, ਆ ਜਾ, ਕੋਈ ਗੱਲ ਨਹੀਂ, ਅਸੀਂ ਤਿਆਰ। ਜੇ ਤੁਸੀਂ ਪੂਰੇ ਹੀ ਤਿਆਰ ਹੋਗੇ ਤਾਂ ਤੁਹਾਡੇ ਤੋਂ ਦੂਰ ਨੱਠੇਗੀ। ਕਹਿੰਦੇ ਨਾ ਭਗਤਾਂ ਤੋਂ ਮੌਤ ਡਰਦੀ ਹੈ, ਪਿਆਰਿਆਂ ਤੋਂ ਇਸ ਕਰਕੇ ਡਰਦੀ। ਉਹ ਕਹਿੰਦੇ ਆ ਜਾ, ਤੋਂ ਨੱਠਦੀ। ਅਤੇ ਜਿਹੜੇ ਨੱਠਦੇ ਹਨ ਉਹਨਾਂ ਦੇ ਪਿੱਛੇ ਪਿੱਛੇ ਨੱਠਦੀ। ਉਲਟਾ ਕੰਮ ਹੁੰਦਾ ਨਾ। ਇੱਦਾਂ ਹੀ ਮਾਇਆ ਹੈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾ। ਉਹ ਠੁਕਰਾ ਦਿੰਦੇ ਹਨ, ਉਹਨਾਂ ਦੇ ਪਿੱਛੇ ਪਿੱਛੇ ਆਉਂਦੀ। ਉਲਟਾ ਖੇਲ ਹੈ ਪਰਮਾਤਮਾ ਦਾ। ਅਤੇ ਜਿਹੜੇ ਛੱਡ ਦਿੰਦੇ ਹਨ, ਤਿਆਗ ਦਿੰਦੇ ਹਨ, ਉਹਨਾਂ ਦੇ ਪਿੱਛੇ ਆਉਂਦੀ। ਇੱਦਾਂ ਇਹ ਮੌਤ ਨੂੰ ਜਿਹੜਾ ਸਵੀਕਾਰ ਕਰ ਲੈਂਦਾ ਹੈ ਨਾ, ਪੂਰੀ ਤਰ੍ਹਾਂ ਮਰਨ ਨੂੰ ਤਿਆਰ ਹੋ ਜਾਂਦਾ ਹੈ, ਉਹਨੂੰ ਕਦੇ ਵੀ ਮੌਤ ਨਹੀਂ ਆਉਂਦੀ। ਜੀਵਤ ਮਰੀਏ ਭਉ ਜਲ ਤਰੀਏ, ਤਾਉ ਫਿਰ ਮਰਨ ਨਾ ਹੋਈ।